लोग जाने हे गीत है, लोग जाने हे गीत है। ये तो ब्रह्म विचार, ये तो ब्रह्म विचार। लोग जाने हे गीत है, लोग जाने हे गीत है, लोग जाने हे गीत है। गुरु जी का खालसा वाहिगुरु जी की फतेह। अंग है 457। ਹੁਣ तक 6 शब्द संपूर्ण होए ने। 3 ਜਿਹੜੇ शब्द ने वो पंचम पातशाह ਦੇ ਨੇ। आसा महला पंजवा थिर संतन सुहाग मरै ना जावे, जां कै ग्रह हर नहा सो सद ही रावे। आसा महला पंजवा, आसा महला पंजवा थिर संतन सुहाग, संतन सुहाग मरै ना जावे, ना जावे, जां कै ग्रह हर नाहा ग्रह हर नाहा सो सद ही रावे, सद ही रावे। आसा महला पंजवा थिर संतन सुहाग मरै ना जावे। जिन्हां ने उस मालिक नूं, उस प्रभु नूं अपना पति मन लिया, मालिक मन लिया। क्योंकि दुनिया के मालिक ने जिहड़े वो अज हैगे कल नूं नहीं होणगे। कहंदे वो सुहागणा ने, वो गुरमुख प्यारे, उन्हां दा मालिक जमदा मरदा नहीं, आउंदा जांदा नहीं, हमेशा रहण वाला है। ਜਿਹੜੀਆਂ ਉਹਦੇ ਨਾਲ ਜੁੜ ਗਈਆਂ ਉਸ ਮਾਲਕ ਨਾਲ। ਜਾਂ ਕਹਿ ਗ੍ਰਹਿ ਹਰ ਨਾ ਸੋ ਸਦ ਹੀ ਰਾਵੇ। ਜਿਹਦੇ ਹਿਰਦੇ ਵਿੱਚ ਉਹ ਪਰਮਾਤਮਾ ਵਸਦਾ ਹੈ, ਉਹ ਉਹਦੇ ਗੁਣਾਂ ਨੂੰ ਹਮੇਸ਼ਾ ਹੀ ਭੋਗਦੇ ਨੇ। ਰਾਵਣਾ ਹੁੰਦਾ ਭੋਗਣਾ। ਉਸ ਪਰਮਾਤਮਾ ਨੂੰ ਭੋਗਣ ਤੋਂ ਭਾਵ ਹੈ ਉਹਦੇ ਗੁਣਾਂ ਨੂੰ ਅਡਾਪਟ ਕਰ ਲੈਣਾ, ਉਹਦੇ ਗੁਣਾਂ ਨੂੰ ਧਾਰਨ ਕਰ ਲੈਣਾ, ਉਹਦੇ ਵਰਗਾ ਹੀ ਹੋ ਜਾਣਾ। ਇਸ ਕਰਕੇ ਮੈਂ ਕਹਿੰਦਾ ਹਮੇਸ਼ਾ ਹੀ ਉਸ ਮਾਲਕ ਨੂੰ दयालु कृपालु मिठ बोलड़े होके अपना जीवन बतीत करते हैं। हाँ जी। अविनाशी अविगत सो प्रभ, अविनाशी अविगत सो प्रभ सदा नवतन निर्मला, नवतन निर्मला नै दूर सदा हदूर ठाकुर, दूर सदा हदूर ठाकुर दै दिस पूर्ण साध सदा। सो पंचम पातशाह ने इस गल नूं अगों होर क्लीयर कर दिता तां कि असीं किते भुलेखा ना खा जाइए भी पति शायद कोई बंदा है जां कोई देवी देवता है जां कोई बाबा है। कहते नहीं, अविनाशी अविगत सो प्रभ सदा नवतन निर्मला। अविनाशी ना नाश होने वाला। अविगत, अविगत जिहड़ा शब्द है, अविगत तो भाव है जो कि जमदा मरदा नहीं, आउंदा जांदा नहीं। सो प्रभ, ओ प्रभु साहिब मेरा नीत नवा सदा सदा दाता। वो तो कहे बुढ़ा हुंदा ही ना, बुढ़ा ना बाला, कुछ भी नहीं। क्योंकि परमात्मा जो है वो गुणां दा खजाना है। इत्थे मारे कहते वो वाहिगुरू कालपुरख की मैं गल कर रहे हैं, उस परमात्मा की गल कर रहे हैं, वो मालिक की गल कर रहे हैं, उस पति की गल कर रहे हैं जो कि अविनाशी है, अविगत है, सदा नामतन निर्मला जो कि निर्मल है, पवित्र है। न दूर सदा हदूर ठाकुर दै दिस पूर्ण सद सदा। जिहड़ा कि साडे तो दूर नहीं, सदा ही हाजर नाजर है, दसां दशावां विच हर जगह ते भरिया पूरा है ते हमेशा रहने वाला है। उस मालिक की, उस प्रभु की महाराज पंचम पातशाह कहने मैं गल कर रहे हैं जिन्हां ने उसनूं अपना मालिक मन लिया वो थिर सुहागणा ने। हाँ जी।
ਪ੍ਰਾਨ ਪਤ ਗਤ ਮਤ ਜਾਂਤੇ ਪ੍ਰਾਨ ਪਤ ਗਤ ਮਤ ਜਾਂਤੇ ਪ੍ਰੈ ਪ੍ਰੀਤ ਪ੍ਰੀਤਮ ਭਾਵੇ ਪ੍ਰੀਤ ਪ੍ਰੀਤਮ ਭਾਵੇ ਨਾਨਕ ਵਖਾਣੈ ਗੁਰ ਬਚਨ ਜਾਣੈ ਨਾਨਕ ਵਖਾਣੈ ਗੁਰ ਬਚਨ ਜਾਣੈ ਥਿਰ ਸੰਤਨ ਸੁਹਾਗ ਮਰੈ ਨਾ ਜਾਵੇ ਸੰਤਨ ਸੁਹਾਗ ਮਰੇ ਨਾ ਜਾਵੇ ਪ੍ਰਾਨ ਪਤ ਗਤ ਮਤ ਜਾਂਤੇ ਪ੍ਰੈ ਪ੍ਰੀਤ ਪ੍ਰੀਤਮ ਭਾਵੇ। ਮਾਰੇ ਕਹਿੰਦੇ ਜੋ ਸਾਡਾ ਪ੍ਰਾਣਪਤੀ ਸਾਡੇ ਪ੍ਰਾਣਾਂ ਦਾ ਮਾਲਕ ਹੈ, ਸਵਾਸਾਂ ਦਾ, ਉਹਦੇ ਤੋਂ ਬਿਨਾ ਅਸੀਂ ਸਵਾਸ ਨਹੀਂ ਲੈ ਸਕਦੇ। ਗਤ ਮਤ ਜੋ ਸਾਡੀ ਅੰਦਰਲੀ ਅਵਸਥਾ ਨੂੰ ਜਾਣਦਾ ਹੈ, ਸਾਡੀ ਮਤ ਦਾ ਮਾਲਕ ਹੈ। ਜਾਂ ਤੇ ਪ੍ਰੈ ਪ੍ਰੀਤ ਪ੍ਰੀਤਮ ਭਾਵੇ ਜਿਹਦੇ ਤੋਂ ਉਹ ਪਿਆਰਾ ਉਹ ਪ੍ਰੀਤਮ ਭਾਉਂਦਾ ਹੈ, ਚੰਗਾ ਲੱਗਦਾ ਹੈ, ਜਿਨ੍ਹਾਂ ਨੂੰ ਉਹ ਚੰਗਾ ਲੱਗਣ ਲੱਗ ਪਿਆ। ਨਾਨਕ ਬਖਾਣੈ ਗੁਰ ਬਚਨ ਜਾਣੈ ਥਿਰ ਸੰਤਨ ਸੁਹਾਗ ਮਰੈ ਨਾ ਜਾਵੇ। ਪੰਜਵੇਂ ਨਾਨਕ ਹੀ ਗੱਲ ਬਖਾਣ ਕਰਦੇ ਨੇ, ਬੋਲ ਕੇ ਦੱਸਦੇ ਨੇ ਗੁਰ ਬਚਨ ਜਾਣੈ। ਜਿਨ੍ਹਾਂ ਦੇ ਗੁਰੂ ਦੇ ਬੋਲਾਂ ਨੂੰ ਜਾਣ ਲਿਆ, ਸਮਝ ਲਿਆ, ਜਾਣਨਾ ਹੁੰਦਾ ਮੰਨ ਲੈਣਾ। ਇੱਥੇ ਕਹਿੰਦੇ ਗੁਰਬਚਨ ਜਾਣੈ, ਗੁਰੂ ਦੇ ਬਚਨਾਂ ਦੁਆਰਾ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ, ਸਮਝ ਲਿਆ। ਫਿਰ ਸੰਤਨ ਸੁਹਾਗ ਮਰੈ ਨਾ ਜਾਵੇ, ਜਿਨ੍ਹਾਂ ਨੇ ਬਾਣੀ ਦੁਆਰਾ ਉਸ ਨੂੰ ਜਾਣ ਲਿਆ, ਸਮਝ ਲਿਆ, ਪਛਾਣ ਲਿਆ ਕਿ ਸਾਡੀ ਸਾਂਝ ਉਹਦੇ ਨਾਲ ਕਿਸ ਤਰ੍ਹਾਂ ਦੀ ਹੈ, ਉਸ ਪਰਮਾਤਮਾ ਨਾਲ। ਕਹਿੰਦੇ ਉਹਨਾਂ ਦਾ ਸੁਹਾਗ ਸਥਿਰ ਹੈ, ਹਮੇਸ਼ਾ ਰਹਿਣ ਵਾਲਾ ਹੈ, ਉਹ ਮਰਦਾ ਤੇ ਜੰਮਦਾ ਤੇ ਆਉਂਦਾ ਜਾਂਦਾ ਨਹੀਂ ਹੈ। ਹਾਂਜੀ। ਜਾਂ ਕੋ ਰਾਮ ਪਤਾਰ ਜਾਂ ਕੋ ਰਾਮ ਪਤਾਰ ਤਾਂ ਕੈ ਅਨੰਦ ਕਣਾ ਕੈ ਆਨੰਦ ਕਣਾ ਸੁਖਵੰਤੀ ਸਾ ਨਾਰ ਬੰਤੀ ਸਾਰ ਸੋਭਾ ਪੂਰਬਣਾ ਜਾਂ ਕੋ ਰਾਮ ਪਤਾਰ ਤਾਂ ਕੈ ਆਨੰਦ ਕਣਾ। ਹੁਣ ਮਹਾਰਾਜ ਨੇ ਗੱਲ ਕਲੀਅਰ ਕੀਤੀ ਕਿ ਜਿਨ੍ਹਾਂ ਦਾ ਪਤਾਰ, ਜਿਨ੍ਹਾਂ ਦਾ ਪਤੀ ਉਹ ਰਾਮ ਹੈ, ਰਮਿਆ ਹੋਇਆ ਹਰ ਜਗ੍ਹਾ, ਸਰਵ ਵਿਆਪਕ, ਤਾਂ ਕੈ ਆਨੰਦ ਕਣਾ। ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਬਹੁਤ ਆਨੰਦ ਹੈ, ਆਨੰਦ ਹੀ ਆਨੰਦ ਹੈ। ਸੁਖਵੰਤੀ ਸਾ ਨਾਰ ਸੋਭਾ ਪੂਰਬਣਾ, ਉਹ ਜੋ ਇਸਤਰੀ ਸੁਖਵੰਤੀ ਹੈ, ਸੁੱਖਾਂ ਨਾਲ ਭਰਪੂਰ ਹੈ, ਕਿਉਂਕਿ ਉਹਦੀ ਸੋਭਾ ਬਹੁਤ ਵੱਡੀ, ਬਹੁਤ ਵਡਿਆਈ ਵਾਲੀ ਬਣ ਗਈ। ਉਹਦੀ ਸੋਭਾ ਬਿਆਨ ਨਹੀਂ ਕੀਤੀ ਜਾ ਸਕਦੀ, ਭਰੀ ਪੂਰੀ ਹੈ। ਹਾਂਜੀ। ਮਾਨ ਮਹਤ ਕਲਿਆਣ ਹਰ ਜਸ ਮਾਨ ਮਹਤ ਕਲਿਆਣ ਹਰ ਜਸ ਸੰਗ ਸੁਰਜਣ ਸੋ ਪ੍ਰਭੂ ਸੰਗ ਸੁਰਜਨ ਸੋ ਪ੍ਰਭੂ ਸਰਬ ਸਿੱਧ ਨਵ ਨਿਧ ਅਵ ਸਿੱਧ ਅਵ ਨਿਧ ਚਿਤ ਗ੍ਰਹਿ ਨਹੀਂ ਉਨਾ ਸਭ ਕਛੂ ਮਾਨ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ। ਕਿਉਂਕਿ ਉਹਦੇ ਸੰਗ ਉਹ ਪ੍ਰਭੂ ਹੈ, ਭਲਾ ਪੁਰਸ਼, ਵਾਹਿਗੁਰੂ ਅਕਾਲ ਪੁਰਖ ਜਿਹਨੂੰ ਕਹਿੰਦੇ ਹਾਂ ਅਸੀਂ। ਇਸ ਕਰਕੇ ਉਹਦੇ ਕੋਲੇ ਮਾਣ ਹੈ, ਮਹੱਤ ਹੈ, ਉਹਦੇ ਕੋਲੇ ਵਡਿਆਈ ਹੈ, ਉਹਦਾ ਕਲਿਆਣ ਹੋ ਗਿਆ। ਇਹ ਸਾਰੀਆਂ ਚੀਜ਼ਾਂ ਉਹਦੇ ਕੋਲੇ ਸੰਪੂਰਨ, ਜੀਵਾਤਮਾ ਕੋਲੇ ਸਰਬ ਸਿੱਧ ਨਾਮ ਨਿਧ ਤਿਤ ਗ੍ਰਹਿ ਨਹੀਂ ਊਣਾ ਸਭ ਕਛੂ। ਇਹਨੇ ਸਾਰੀਆਂ ਰਿੱਧੀਆਂ ਸਿੱਧੀਆਂ, 9 ਨਿੱਧੀਆਂ, 18 ਸਿੱਧੀਆਂ ਜਿਹਨੂੰ ਮੰਨਦੇ ਆ, ਭਾਵ ਦੁਨੀਆ ਦੇ ਸਾਰੇ ਹੀ ਖਜ਼ਾਨੇ ਉਹਦੇ ਕੋਲ ਨੇ, ਉਸ ਘਰ ਵਿੱਚ ਨੇ। ਨਹੀਂ ਊਣਾ ਸਭ ਕਛੂ, ਕਹਿੰਦੇ ਕੁਝ ਵੀ ਊਣਾ ਨਹੀਂ, ਕੁਝ ਵੀ ਘਾਟਾ ਨਹੀਂ, ਸਭ ਕੁਝ ਉਹਨਾਂ ਨੂੰ ਉਸ ਚੀਜ਼ ਤੋਂ, ਉਸ ਵਾਹਿਗੁਰੂ ਅਕਾਲ ਪੁਰਖ ਤੋਂ, ਉਹਦੇ ਮਿਲਾਪ ਤੋਂ ਪ੍ਰਾਪਤ ਹੋ ਗਿਆ। ਹਾਂਜੀ। ਮధుਰ ਬਾਣੀ ਪਿਰੈ ਮਾਨੀ ਮధుਰ ਬਾਣੀ ਪਿਰੈ ਮਾਨੀ ਚਿਰ ਸੁਹਾਗ ਤਾਂ ਕਾ ਬਣਾ ਸੁਹਾਗ ਤਾਂ ਕਾ ਬਣਾ ਨਾਨਕ ਵਖਾਣੈ ਗੁਰ ਵਚਨ ਜਾਣੈ ਨਾਨਕ ਵਖਾਣੈ ਗੁਰ ਬਚਨ ਜਾਣੈ ਜਾਂ ਕੋ ਰਾਮ ਪਤਾਰ ਤਾਂ ਕੈ ਅਣਦ ਕਣਾ
ਮధుਰ ਬਾਣੀ ਪ੍ਰਮਾਨੀ ਫਿਰ ਸੁਹਾਗ ਤਾਂ ਕਾ ਬਣਾ। ਮਹਾਰਾਜ ਫਿਰ ਉਹਨਾਂ ਦੀ ਇੱਕ ਨਿਸ਼ਾਨੀ ਦੱਸਦੇ ਨੇ, ਜਿਹੜੇ ਗੁਰਮੁਖ ਪਿਆਰੇ ਨੇ ਉਸ ਮਾਲਕ ਨਾਲ ਜੁੜੇ ਹੋਏ ਨੇ, ਕਹਿੰਦੇ ਉਹਨਾਂ ਦੀ ਬਾਣੀ ਮధుਰ ਹੈ, ਭਾਵ ਮਿੱਠੀ ਬੋਲੀ, ਕਿਉਂਕਿ ਪ੍ਰਮਾਤਮਾ ਵੱਲੋਂ ਉਸ ਵਾਹਿਗੁਰੂ ਅਕਾਲ ਪੁਰਖ ਵੱਲੋਂ ਉਹਨਾਂ ਨੂੰ ਇਹ ਮਾਨ ਬਖਸ਼ਿਸ਼ ਹੋਇਆ ਹੈ, ਉਹ ਗੁਣਾਂ ਨਾਲ ਭਰਪੂਰ ਨੇ। ਫਿਰ ਸੁਹਾਗ ਤਾਂ ਕਾ ਬਣਾ, ਕਿਉਂਕਿ ਉਹਨਾਂ ਦਾ ਮਾਲਕ ਅੰਦਰ ਸਥਿਰ ਹੈ, ਉਹ ਥਾਂ ਥਾਂ ਤੇ ਨਹੀਂ ਭਟਕਦੀਆਂ, ਸਥਿਰ ਨੇ, ਉਹ ਇੱਕ ਨਾਲ ਜੁੜ ਗਈਆਂ ਉਸ ਮਾਲਕ ਨਾਲ, ਉਸ ਪ੍ਰਭੂ ਨਾਲ। ਨਾਨਕ ਬਖਾਣੈ ਗੁਰ ਬਚਨ ਜਾਣੈ, ਜਾਂ ਕੋ ਰਾਮ ਪਧਾਰ ਤਾਂ ਕੈ ਆਨੰਦ ਕਣਾ। ਪੰਜਵੇਂ ਨਾਨਕ ਹੀ ਗੱਲ ਬਿਆਨ ਕਰਦੇ ਨੇ, ਭਾਈ ਗੁਰ ਬਚਨ ਜਾਣੈ, ਕਿਉਂਕਿ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੁਆਰਾ, ਸਤਿਗੁਰੂ ਦੇ ਬੋਲਾਂ ਦੁਆਰਾ, ਇਸ ਬਾਣੀ ਦੁਆਰਾ ਜਿਨ੍ਹਾਂ ਨੇ ਜਾਣ ਲਿਆ, ਕਹਿੰਦੇ ਜਿਨ੍ਹਾਂ ਦਾ ਰਾਮ ਪਧਾਰ ਹੋ ਗਿਆ, ਜਿਨ੍ਹਾਂ ਦਾ ਮਾਲਕ ਪ੍ਰਭੂ ਹੋ ਗਿਆ, ਤਾਂ ਕੈ ਆਨੰਦ ਕਣਾ, ਉਹਨਾਂ ਦੇ ਹਿਰਦੇ ਵਿੱਚ ਆਨੰਦ ਹੀ ਆਨੰਦ ਹੈ। ਹਾਂਜੀ। ਸੇਵਾ ਲਾਗੀਐ ਪੀਸੋਂ ਚਰਨ ਪਖਾਰ ਆਪ ਤਿਆਗੀਐ। ਇੰਨਾ ਕੁਝ ਦੱਸਣ ਤੋਂ ਬਾਅਦ ਫਿਰ ਮਹਾਰਾਜ ਕਹਿੰਦੇ ਆਓ ਸਖੀ, ਆਓ ਗੁਰਮੁਖ ਪਿਆਰਿਓ, ਗੁਰੂ ਦੇ ਪਾਸ ਆਈਏ, ਬੈਠੀਏ। ਸੇਵਾ ਲਾਗੀਏ, ਅਸੀਂ ਉਹ ਸੇਵਾ ਲੱਗੀਏ ਜਿਹਨੂੰ ਉਦਮ ਕਰਨ ਦੀ ਮਹਾਰਾਜ ਪਿਛਲੇ ਬੰਦ ਵਿੱਚ ਗੱਲ ਕਰ ਆਏ ਨੇ। ਉਦਮ ਕਰੋ ਵਡਭਾਗੀਓ, ਸਿਮਰੋ ਹਰ ਹਰ ਰਾਏ। ਕਹਿੰਦੇ ਆਓ ਆਪਾਂ ਗੁਰੂ ਦੇ ਪਾਸ ਬੈਠ ਕੇ, ਸੰਗਤ ਵਿੱਚ ਆ ਕੇ ਉਹ ਸੇਵਾ 'ਚ ਲੱਗੀਏ। ਪੀਸੋਂ ਚਰਨ ਪਖਾਰ ਆਪ ਤਿਆਗੀਐ, ਇਹ ਮੁਹਾਵਰੇ ਨੇ ਕਿ ਚੱਕੀ ਪੀਣਾ, ਚਰਨ ਧੋ ਕੇ ਪੀਣੇ, ਭਾਵ ਆਪਣੀ ਮੈਂ ਨੂੰ ਤਿਆਗ ਦਈਏ ਪੂਰੀ ਤਰ੍ਹਾਂ, ਹੰਕਾਰ ਨੂੰ ਦੂਰ ਕਰਕੇ। ਕਹਿੰਦੇ ਆਪ ਤਿਆਗੀਐ, ਆਪਣੇ ਆਪ ਨੂੰ, ਆਪਣੀ ਮੈਂ ਨੂੰ, ਆਪਣੀ ਹਉਮੈ ਨੂੰ ਅੰਦਰੋਂ ਤਿਆਗ ਦਈਏ, ਕਿਉਂਕਿ ਸੇਵਾ 'ਚ ਸਿਮਰਨ ਵਿੱਚ ਲੱਗਣਾ ਤਾਂ ਪਹਿਲਾਂ ਮਾਰੇ ਕਹਿੰਦੇ ਆਪ ਗਵਾਈ ਹੈ ਤਾਂ ਸ਼ਹੁ ਪਾਈ ਹੈ। ਉਸ ਜੇ ਮਾਲਕ ਨੂੰ ਪਾਉਣਾ ਤਾਂ ਪਹਿਲਾਂ ਮੈਂ ਛੱਡ ਆਪਣੇ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈ ਹੈ। ਇੱਥੇ ਮਹਾਰਾਜ ਤਰੀਕਾ ਦੱਸਦੇ ਨੇ ਕਿ ਆਪਣੀ ਮੈਂ ਨੂੰ ਛੱਡ ਦਈਏ ਪਹਿਲਾਂ, ਗੁਰੂ ਦੇ ਪਾਸ ਆ ਕੇ, ਸੰਗਤ ਵਿੱਚ ਆ ਕੇ ਅਸੀਂ ਨਿਮਰਤਾ ਨਾਲ ਰਹੀਏ, ਆਪਣੇ ਹਿਰਦੇ ਨੂੰ ਧੋ ਦਈਏ। ਇਸ ਮਨ ਦਿਆਂ ਜਿਹੜੇ ਕਰੜਾਪਣ ਸੀ ਮਨ ਦਾ, ਅੰਦਰ ਕ੍ਰੋਧੀਪਣ ਸੀ ਜਿਹੜਾ, ਇਹਨੂੰ ਪੀਸ ਦੇਣਾ। ਇੱਥੇ ਪੀਸਣਾ ਦਾ ਮਤਲਬ ਇਹੀ ਹੈ। ਆਮ ਕਰਕੇ ਆਪਾਂ ਕਹਿੰਦੇ ਕਿ ਫਲਾਣਾ ਤਾਂ ਮੇਰੇ ਅੱਗੇ ਪਾਣੀ ਭਰਦਾ ਹੈ, ਫਲਾਣਾ ਤਾਂ ਮੇਰੇ ਅੱਗੇ ਆਹ ਕਰਦਾ, ਇਹ ਮੁਹਾਵਰੇ ਨੇ ਜਿਹੜੇ, ਭਾਵ ਗੁਰੂ ਅੱਗੇ ਪਾਣੀ ਭਰਨ ਤੋਂ ਭਾਵ ਹੁੰਦਾ ਕਿ ਸੇਵਾ ਵਿੱਚ ਲੱਗ ਜਾਣਾ, ਨਿਮਰਤਾ 'ਚ ਰਹਿਣਾ, ਅੱਗੋਂ ਕੋਈ ਜਵਾਬ ਨਾ ਦੇਣਾ, ਜਾਂ ਗੁਰੂ ਦੇ ਬੋਲਾਂ ਨੂੰ ਸਤ ਕਰਕੇ ਮੰਨ ਲੈਣਾ। ਅਤੇ ਮਤਲਬ ਕਹਿੰਦੇ ਇਸ ਤਰ੍ਹਾਂ ਅਸੀਂ ਗੁਰੂ ਦੇ ਕੋਲ ਆ ਕੇ ਅਸੀਂ ਵੀ ਸੇਵਾ ਵਿੱਚ ਲੱਗ ਜਾਈਏ। ਹਾਂਜੀ। ਤਜ ਆਪ ਮਿਟੈ ਸੰਤਾਪ, ਆਪ ਮਿਟੈ ਸੰਤਾਪ, ਆਪ ਨੈ ਜਾਣਾਈਐ, ਨੈ ਜਾਣਾਈਐ, ਸਰਨ ਗਹੀਜੈ ਮਾਨ ਲੀਜੈ, ਗਹੀਜੈ ਮਾਨ ਲੀਜੈ, ਕਰੇ ਸੋ ਸੁਖ ਪਾਈਐ, ਸੋ ਸੁਖ ਪਾਈਐ। ਤਜ ਆਪ ਮਿਟੈ ਸੰਤਾਪ, ਆਪ ਨੈ ਜਾਣਾਈਐ। ਮਹਾਰਾਜ ਪਹਿਲੀ ਗੱਲ ਦੱਸਦੇ ਕਿ ਤਜ ਆਪ, ਆਪਣੀ ਮੈਂ ਨੂੰ ਛੱਡ ਦੇ, ਮਿਟੈ ਸੰਤਾਪ, ਤੇਰੇ ਸੰਤਾਪ ਮਿਟ ਜਾਣਗੇ। ਕੀਤੇ ਹੋਏ ਕਰਮਾਂ ਦੇ ਝੋਰੇ ਨੇ ਜਿਹੜੇ ਸੰਤਾਪ ਭੋਗਦੇ ਆ ਅਸੀਂ, ਕਿ ਅਸੀਂ ਤੇ ਜੀ ਆਹ ਕਰਮ ਕੀਤੇ ਹੋਏ ਨੇ। ਪਤਾ ਹੁੰਦਾ ਸਾਨੂੰ, ਦੁਨੀਆ 'ਤੇ ਕੋਈ ਵੀ ਮਨੁੱਖ ਇਹੋ ਜਿਹਾ ਨਹੀਂ ਜਿਹਨੂੰ ਆਪਣੇ ਕੀਤੇ ਹੋਏ ਕਰਮ ਬਾਰੇ ਨਹੀਂ ਪਤਾ। ਭਾਵੇਂ ਅਸੀਂ ਬਾਹਰੋਂ ਹਰ ਬੰਦਾ ਕਹਿੰਦਾ ਮੈਂ ਠੀਕ ਹਾਂ, ਅਸੀਂ ਦੂਜਿਆਂ ਨੂੰ ਧੋਖਾ ਦੇ ਸਕਦੇ ਹਾਂ। ਮੈਂ ਜੋ ਵੀ ਗਲਤ ਕੰਮ ਕੀਤਾ ਹੈ ਉਹਦੇ ਬਾਰੇ ਮੈਂ ਜਾਣਦਾ, ਪਤਾ ਮੈਨੂੰ ਐਸੀ ਗੱਲ ਨਹੀਂ ਕਿ ਨਹੀਂ, ਕਿਉਂਕਿ ਅਸੀਂ ਉਹਦੇ ਕੋਲੋਂ ਲੁਕੋ ਨਹੀਂ ਸਕਦੇ। ਅਤੇ ਜਦੋਂ ਮੈਂ ਹੀ ਛੱਡ ਦਿੱਤੀ, ਕਹਿੰਦੇ ਸੰਤਾਪ ਵੀ ਨਾਲ ਹੀ ਗਏ। ਜਦ ਤੱਕ ਮੈਂ ਸੀ ਕਿ ਮੈਂ ਕੀਤਾ, ਸੱਚੇ ਪਾਤਸ਼ਾਹ ਮੇਰਾ ਕੀ ਬਣੇਗਾ। ਜਦੋਂ ਤੇਰੀ ਸ਼ਰਨ ਵਿੱਚ ਹੀ ਆ ਗਏ, ਚੰਗੇ ਆ ਜਾਂ ਮੰਦੇ ਆ, ਫਿਰ ਤੇਰੇ ਬੰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਜੋ ਆਪ ਛੱਡਿਆ ਤੇ ਸੰਤਾਪ ਗਏ। ਆਪ ਨੇ ਜਾਣਾਈਐ, ਆਪਣੇ ਆਪ ਨੂੰ ਨਾ ਜਤਾ ਉੱਥੇ ਕਿ ਮੈਂ ਜਾਣਦਾ, ਮਤ ਜਾਣੇ, ਮਨ ਨੂੰ ਸਮੋਧਨ ਨੇ ਕਿ ਮੈਂ ਕਿਸੇ ਜਾਣਦਾ, ਗੁਰਮੁਖ ਨਿਮਾਣਾ ਹੋ। ਇਸ ਕਰਕੇ ਗੁਰੂ ਵਾਲਾ ਬਣ ਕੇ ਨਿਮਾਣਾ ਹੋ ਕੇ ਰਿਹਾ ਸੰਗਤ ਵਿੱਚ ਆ ਕੇ। ਸ਼ਰਨ ਗਹੀਜੈ ਮਾਨ ਲੀਜੈ, ਕਰੇ ਸੋ ਸੁਖ ਪਾਈਐ। ਇਸ ਕਰਕੇ ਸ਼ਰਨ ਪਕੜ ਲੈ, ਮਾਨ ਲੀਜੈ, ਜੋ ਕਹਿੰਦਾ ਹੈ ਨਾ ਸਤ ਸਤ ਕਰਕੇ ਮੰਨ ਲੈ।
करे सो सुख पाईऐ, जो कुछ वो करदा है ਉਹਦੀ ਰਜਾ ਵਿੱਚ ਰਹਿਣਾ ਸਿੱਖ, ਕਹਿੰਦੇ ਇਸੇ ਵਿੱਚ ਹੀ ਸੁੱਖ ਪ੍ਰਾਪਤ ਹੋਏਗਾ ਤੈਨੂੰ। ਹਾਂਜੀ। ਕਰ ਦਾਸ ਦਾਸੀ ਤਜ ਉਦਾਸੀ, ਕਰ ਦਾਸ ਦਾਸੀ ਕਰ ਉਦਾਸੀ, ਕਰ ਜੋੜ ਦਿਨ ਰਹਿਣ ਜਾਗੀਐ, ਨਾਨਕ ਬਖਾਣੈ ਗੁਰ ਬਚਨ ਜਾਣੈ, ਆਓ ਸਖੀ ਸੰਤ ਪਾਸ ਸੇਵਾ ਲਾਗੀਐ, ਕਰ ਦਾਸ ਦਾਸੀ ਤਜ ਉਦਾਸੀ, ਕਰ ਜੋੜ ਦਿਨ ਰਹਿਣ ਜਾਗੀਐ। ਮਾਰੇ ਤਰੀਕਾ ਦੱਸਦੇ ਨੇ ਕਿ ਹੱਥ ਜੋੜ ਕੇ ਨਿਮਰਤਾ ਵਿੱਚ ਰਹਿ, ਆਪਣੀ ਅੰਦਰਲੀ ਉਦਾਸੀ ਛੱਡ ਦੇ ਕਿ ਮੇਰਾ ਕੀ ਹੋਏਗਾ। ਆਪਣੀਆਂ ਔਗਣਾਂ ਵੱਲ ਨਾ ਵੇਖੀ ਜਾ ਸਾਰਾ ਦਿਨ, ਭਾਵ ਨੈਗੇਟਿਵ ਸੋਚ ਨਾ ਰੱਖ, ਪੋਜ਼ਿਟਿਵ ਹੋ ਜਾ। ਮਹਾਰਾਜ ਸਾਨੂੰ ਪੋਜ਼ਿਟਿਵਲੀ ਕਹਿੰਦੇ ਨੇ, ਨਿਰਾਸ਼ ਜਿਹਾ ਹੋ ਕੇ ਨਾ ਰਹਿ, ਜ਼ਿੰਦਗੀ 'ਚ ਚੜ੍ਹਦੀ ਕਲਾ ਵਿੱਚ ਰਹਿ। ਕਰ ਜੋੜ ਦਿਨ ਰਹਿਣ ਜਾਗੀਐ, ਹੱਥ ਜੋੜ ਕੇ ਨਿਮਰਤਾ ਨਾਲ ਦਿਨ ਰਾਤ ਜਾਗਦਾ ਰਹੋ। ਹੁਣ ਜਾਗ ਪੈ, ਹੁਣ ਮਨਾ ਹੁਣ ਜਾਗ ਕੇ ਰਹਿ। ਇਹ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ ਹਮਲਾ ਨਾ ਹੋਣ ਦੇਈਂ, ਕਿਉਂਕਿ ਜਾਗਦਿਆਂ ਦੇ ਚੋਰੀ ਨਹੀਂ ਹੁੰਦੀ, ਨਹੀਂ ਤੇ ਇਹ ਚੋਰੀ ਕਰਦੇ ਨੇ। ਇਸ ਕਰਕੇ ਭਾਵ ਸੁਚੇਤ ਹੋ ਕੇ ਰਹਿ, ਸਿਮਰਦਾ ਰਹੋ, ਬਾਣੀ ਨੂੰ ਪੜ੍ਹਦਾ ਰਹੋ, ਵਿਚਾਰਦਾ ਰਹੋ। ਨਾਨਕ ਬਖਾਣੈ ਗੁਰ ਬਚਨ ਜਾਣੈ, ਆਓ ਸਖੀ ਸੰਤ ਪਾਸ ਸੇਵਾ ਲਾਗੀਐ। ਫਿਰ ਕਹਿੰਦੇ ਨੇ ਮਹਾਰਾਜ ਕਰੇ, ਪ੍ਰਭੂ ਮੈਂ ਤੇ ਇਹ ਵਿਖਿਆਨ ਕਰਦਾ, ਬਿਆਨ ਕਰਦਾ ਹਾਂ, ਗੁਰੂ ਬਚਨ ਜਾਣੈ, ਗੁਰੂ ਦੇ ਬਚਨਾਂ ਦੁਆਰਾ ਹੀ ਤੈਨੂੰ ਜਾਣਿਆ ਜਾਂਦਾ ਹੈ। ਆਓ ਸਖੀ ਸੰਤ ਪਾਸ ਸੇਵਾ ਲਾਗੀਐ, ਆਓ ਗੁਰੂ ਕੇ ਪਿਆਰੇ ਗੁਰੂ ਕੋਲ ਬੈਠੀਏ, ਅਸੀਂ ਵੀ ਸੇਵਾ ਲੱਗੀਏ, ਅਸੀਂ ਵੀ ਉਸ ਨੂੰ ਇਸ ਤਰ੍ਹਾਂ ਅਰਾਧੀਏ ਜਿਵੇਂ ਮਹਾਰਾਜ ਉੱਪਰ ਤਰੀਕਾ ਦੱਸ ਆਏ। ਹਾਂਜੀ। ਜਾਂ ਕੈ ਮਸਤਕ ਭਾਗ, ਜਾਂ ਕੈ ਮਸਤਕ ਭਾਗ, ਸੇ ਸੇਵਾ ਲਾਇਆ, ਸੇਵਾ ਲਾਇਆ, ਤਾਂ ਕੀ ਪੂਰਨ ਆਸ, ਕੀ ਪੂਰਨ ਆਸ, ਜਿਨ ਸਾਧ ਸੰਗ ਪਾਇਆ, ਸਾਧ ਸੰਗ ਪਾਇਆ। ਜਾਂ ਕੈ ਮਸਤਕ ਭਾਗ, ਸੇ ਸੇਵਾ ਲਾਇਆ। ਇੱਥੇ ਹੁਣ ਮਹਾਰਾਜ ਕਹਿੰਦੇ ਜਾਂ ਕੈ ਮਸਤਕ ਭਾਗ, ਜਿਨ੍ਹਾਂ ਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ, ਜਿਨ੍ਹਾਂ ਨੇ ਦਿਮਾਗ ਵਿੱਚ ਇਹ ਗੱਲ ਲੈ ਲਈ ਕਿ ਭਾਗ ਲਿਆ ਆ ਕੇ ਸੰਗਤ ਵਿੱਚ, ਉਹਨਾਂ ਨੇ ਹਿੱਸਾ ਲੈ ਲਿਆ, ਉਹ ਸੇਵਾ ਲਾ ਦਿੱਤੇ। ਕਿਉਂਕਿ ਸਾਡੇ ਸਮਾਜ ਵਿੱਚ ਅਸੀਂ ਵੇਖਦੇ ਹਾਂ, ਅਸੀਂ ਸੁਣਦੇ ਬਹੁਤ ਘੱਟ ਹਾਂ, ਬਹੁਤ ਘੱਟ ਸੁਣਦੇ ਹਾਂ। ਅਸੀਂ ਕੰਨ ਸਾਡੇ ਖੁੱਲ੍ਹੇ ਨੇ ਪਰ ਸੁਣਦੇ, ਕਿਸੇ ਨੂੰ ਸਮਝਾਈਏ ਨਾ, ਅੱਧਾ ਘੰਟਾ ਮੈਂ ਕਿਸੇ ਦੀ ਉਦਾਹਰਨ ਨਹੀਂ ਦਿੰਦਾ, ਹੁਣ ਨਾਂ ਨਹੀਂ ਲੈਂਦਾ, ਉਹਨੂੰ ਮੈਂ ਸਮਝਾਉਂਦਾ ਰਿਹਾ, ਅੱਧਾ ਘੰਟਾ ਲਾਇਆ ਪੂਰਾ ਉਹਦੇ। ਅਖੀਰ 'ਚ ਕਹਿੰਦਾ ਭਾਜੀ ਫਿਰ ਇਹ ਕੀ ਬਣੇਗਾ, ਇਹਦਾ ਇਹ ਕੀ ਹੋਇਆ। ਮੁਹਾਵਰਾ ਇੱਕ ਕਿ ਸਾਰੀ ਰਾਤ ਰਮਾਇਣ ਸੁਣਦਾ ਰਿਹਾ, ਸਵੇਰੇ ਉੱਠ ਕੇ ਕਹਿੰਦਾ ਵੀ ਰਾਮ ਚੰਦਰ ਦੀ ਸੀਤਾ ਕੀ ਲੱਗਦੀ ਸੀ। ਸਾਡਾ ਹਾਲ ਇਹ ਹੈ, ਅਸੀਂ ਬਾਣੀ ਸੁਣਦੇ ਹਾਂ, ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਸੁਣ ਕੇ ਆਉਂਦੇ ਹਾਂ, ਅਤੇ ਜਦੋਂ ਅਸੀਂ ਪੁੱਛੀ ਵੀ ਕਿਹੜੇ ਕਿਹੜੇ ਸ਼ਬਦ ਪੜ੍ਹਿਆ ਗਿਆ ਸੀ, ਕਿਹੜੇ ਭਾਈ ਸਾਹਿਬ ਨੇ ਕਿਹੜੇ ਸ਼ਬਦ ਦੀ ਵਿਆਖਿਆ ਕੀਤੀ, ਕਹਿੰਦੇ ਉਹ ਤਾਂ ਪਤਾ ਨਹੀਂ, ਲੰਗਰ ਬੜਾ ਸਵਾਦ ਸੀ, ਬਸ ਇੱਥੇ ਖੜ੍ਹੇ ਇਹ ਦੁਕਾਨ ਨਹੀਂ ਗਏ ਅਸੀਂ। ਇੱਥੇ ਤਾਂ ਹੁਣ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਜਾਂ ਕੈ ਮਸਤਕ ਭਾਗ, ਜਿਨ੍ਹਾਂ ਦੇ ਦਿਮਾਗ ਵਿੱਚ ਗੱਲ ਬੈਠ ਗਈ ਕਿ ਗੁਰੂ ਦੀ ਗੱਲ ਸੁਣਨ ਵਾਸਤੇ ਆਏ ਆ, ਉਹੀ ਸੇਵਾ 'ਚ ਲੱਗੇ ਨੇ। ਕਿਉਂਕਿ ਕਲਾਸ 'ਚੋਂ ਸਾਰੇ ਨਹੀਂ ਜਾਂਦੇ ਹੁੰਦੇ, ਪਾਸ ਹੁੰਦੇ ਸਾਰੇ ਫਸਟ ਨਹੀਂ ਆਉਂਦੇ। ਫਸਟ ਉਹੀ ਨੇ ਜਿਹਨਾਂ ਸੁਣਿਆ ਮੰਨਿਆ, ਮਨ ਕੀਤਾ ਭਾਵ ਅੰਤਰਗਤ ਤੀਰਥ ਮਰਨਾਓ, ਉਹ ਨਹਾਉਂਦੇ ਨੇ, ਅੰਦਰ ਇਸ਼ਨਾਨ ਉਹ ਕਰਦੇ ਨੇ। ਆਉਂਦੇ ਤੇ ਸਾਰੇ ਹੀ ਨੇ ਪੜ੍ਹਨ ਸੁਣਨ ਵਾਸਤੇ, ਐਸੀ ਕੋਈ ਗੱਲ ਨਹੀਂ। ਪਰ ਜਿਨ੍ਹਾਂ ਦੇ ਮਸਤਕ ਭਾਗ ਨੇ, ਇੱਥੇ ਮਹਾਰਾਜ ਤਾਂ ਕਹਿੰਦੇ ਨੇ ਜਿਨ੍ਹਾਂ ਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਪੂਰੀ ਤਰ੍ਹਾਂ, ਸੇ ਸੇਵਾ ਲਾਇਆ, ਉਹ ਸੇਵਾ ਵਾਲੇ ਪਾਸੇ ਲੱਗ ਗਿਆ, ਉਹ ਸਿਮਰਨ ਵਾਲੇ ਪਾਸੇ ਲੱਗ ਗਿਆ। ਤਾਂ ਕੀ ਪੂਰਨ ਆਸ, ਜਿਨ ਸਾਧ ਸੰਗ ਪਾਇਆ, ਉਹਨਾਂ ਦੀ ਸਾਰੀਆਂ ਆਸਾਂ ਪੂਰਨ ਹੋ ਗਈਆਂ ਜਿਨ੍ਹਾਂ ਨੇ ਗੁਰੂ ਦਾ ਸੰਗ ਕਰ ਲਿਆ। ਇੱਥੇ ਅਸੀਂ ਗੁਰੂ ਦਾ ਸੰਗ ਕਰਨ ਵਾਸਤੇ ਆਉਂਦੇ ਹਾਂ, ਬੰਦਿਆਂ ਦਾ ਨਹੀਂ, ਔਗਣਾਂ ਦਾ ਨਹੀਂ। ਅਸੀਂ ਤਾਂ ਗੁਰੂ ਦਾ ਸੰਗ ਕਰਨ ਆਉਂਦੇ। ਬਾਣੀ ਜੋ ਕਹਿ ਰਹੀ ਹੈ ਕਿ ਸਤਿਗੁਰ ਬਚਨ ਹੈ ਸਤਿਗੁਰ, ਸਤਿਗੁਰੂ ਦੇ ਬੋਲ ਹੀ ਤੇ ਸਤਿਗੁਰ ਨੇ। ਕਿਉਂਕਿ ਜਿਨ੍ਹਾਂ ਨੇ ਸਤਿਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ, ਚੌਥੇ ਪਾਤਸ਼ਾਹ ਮਹਾਰਾਜ ਬਾਰ-ਬਾਰ ਬਿਆਨ ਕਰਦੇ ਨੇ ਬਹੁਤ ਵਾਰੀ ਜਗ੍ਹਾ 'ਤੇ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਉਸ ਮਾਲਕ ਨੇ ਇਹ ਆਪ ਮੂੰਹੋਂ ਕਢਾਈ ਗੁਰਾਂ ਦੇ,
ਭਗਤਾਂ ਦੇ ਇਹ ਬਾਣੀ ਸਾਡੇ ਕੋਲੇ ਪਹੁੰਚੀ। ਅਸੀਂ ਵਡਭਾਗੇ ਹਾਂ ਕਿ ਪੰਚਮ ਪਾਤਸ਼ਾਹ ਸਾਡੇ ਤੇ ਬੜੀ ਮਿਹਰ ਕੀਤੀ ਕਿ ਸਾਨੂੰ ਇਹ ਲਿਖ ਕੇ ਦੇ ਗਏ। ਜੇਕਰ ਲਿਖ ਕੇ ਨਾ ਦਿੰਦੇ, ਬਾਣੀ ਤਾਂ ਸੀ ਪਰ ਸਾਡੇ ਕੋਲੇ ਨਹੀਂ ਪਹੁੰਚਣੀ ਸੀ। ਫਿਰ ਆਪੋ ਆਪਣੇ ਮਤਲਬ ਨਾਲ ਲੋਕਾਂ ਨੇ ਕੱਢੀ ਜਾਣੇ ਸੀ ਅਤੇ ਆਪਣੇ ਆਪਣੇ ਹਿਸਾਬ ਨਾਲ ਚੱਲੀ ਜਾਣਾ ਸੀ। ਇੱਥੇ ਹੁਣ ਮਹਾਰਾਜ ਸਮਝਾਉਂਦੇ ਨੇ ਇਹ ਗੱਲ ਨੂੰ ਕਿ ਭਾਈ ਉਹ ਜਿਨ੍ਹਾਂ ਦੇ ਮਸਤਕ ਭਾਗ ਨੇ ਉਹ ਤਾਂ ਕੀ ਪੂਰਨ ਆਸ ਜਿਨਸਾਸ ਜਿਨ੍ਹਾਂ ਨੇ ਸੰਗ ਕਰ ਲਿਆ ਕਿ ਭਾਵ ਜੋ ਗੁਰੂ ਦੇ ਨਾਲ ਤੁਰ ਪਏ ਉਸ ਮਾਰਗ 'ਤੇ, ਉਹਨਾਂ ਦੇ ਪੂਰਨ ਭਾਗ ਨੇ। ਹਾਂਜੀ। ਸਾਧ ਸੰਗ ਹਰ ਕੈ ਰੰਗ, ਸਾਧ ਸੰਗ ਹਰ ਕੈ ਰੰਗ, ਗੋਬਿੰਦ ਸਿਮਰਨ ਲਾਗਿਆ, ਗੋਬਿੰਦ ਸਿਮਰਨ ਲਾਗਿਆ, ਭਰਮ ਮੋਹ ਵਿਕਾਰ ਦੂਜਾ, ਸਗਲ ਤਿਨਹਿ ਤਿਆਗਿਆ। ਸਾਧ ਸੰਗ ਹਰ ਕੈ ਰੰਗ, ਗੋਬਿੰਦ ਸਿਮਰਨ ਲਾਗਿਆ। ਜਿਨ੍ਹਾਂ ਨੇ ਗੁਰੂ ਦਾ ਸੰਗ ਕੀਤਾ, ਹਰ ਕੈ ਰੰਗ, ਹਰੀ ਨਾਲ ਪ੍ਰੇਮ ਪਾ ਕੇ। ਇੱਥੇ ਹਰੀ ਦਾ ਰੰਗ ਹੈ ਪ੍ਰੇਮ ਦੇ ਵਿੱਚ, ਪ੍ਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ ਜਿਹੜੇ। ਕਿਉਂਕਿ ਸਾਧ ਸੰਗ ਵਿੱਚ ਅਸੀਂ ਆਉਨੇ ਆ ਪਰ ਸਾਡਾ ਰੰਗ ਜਿਹੜਾ ਹੈ ਨਾ ਅੰਦਰਲਾ, ਮੈਂ ਕਹਿੰਦਾ ਜੋ ਜੀਓ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਮੂੰਹ ਨਾਲ ਕੁਝ ਹੋਰ ਬੋਲੀ ਨਾ ਪਰ ਅੰਦਰ ਕੁਝ ਹੋਰ ਹੈ, ਕਿਤੇ ਨਹੀਂ ਪਲੇਗਾ ਕੁਛ ਅੰਦਰੋਂ। ਤੇ ਉਹੀ ਉੱਗੇਗਾ ਜੋ ਬੀਜਿਆ ਹੋਇਆ ਬੀਜ ਹੈ। ਜੋ ਬੀਜ ਬੀਜਿਆ ਹੈ ਨਾ ਧਰਤੀ 'ਚ, ਉੱਪਰ ਚਾਹੇ ਅਸੀਂ ਫੁੱਲ ਵਿਛਾ ਦਈਏ ਖੁਸ਼ਬੂਦਾਰ, ਉੱਗੇਗਾ ਤਾਂ ਉਹੀ ਜੋ ਬੀਜ ਪਿਆ। ਇੱਥੇ ਮਹਾਰਾਜ ਸਮਝਾਉਂਦੇ ਨੇ ਇਹ ਗੱਲ ਨੂੰ ਕਿ ਜਿਨ੍ਹਾਂ ਨੇ ਪ੍ਰਭੂ ਦੇ ਨਾਲ ਪ੍ਰੇਮ ਪਾ ਕੇ, ਕਿਉਂਕਿ ਬਾਣੀ ਪੜ੍ਹਦੇ ਹਾਂ ਵਿਚਾਰਦੇ ਹਾਂ ਚੰਗੀ ਗੱਲ ਹੈ, ਪਰ ਧਿਆਨ ਤੇ ਮਾਇਆ 'ਚ ਕਹਿੰਦੇ ਜੇ ਉੱਧਰ ਨੂੰ ਨਹੀਂ ਗਿਆ, ਰੰਗ ਮਾਇਆ ਦਾ ਚੜਿਆ ਹੋਇਆ ਹੈ। ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਹੋ ਕੇ ਉਸ ਗੁਰੂ ਦਾ ਸੰਗ ਕੀਤਾ, ਗੋਬਿੰਦ ਸਿਮਰਨ ਲੱਗ ਗਿਆ। ਇਸ ਤਰ੍ਹਾਂ ਜਿਹੜੇ ਉਸ ਗੋਬਿੰਦ ਨੂੰ, ਉਸ ਪ੍ਰਭੂ ਨੂੰ ਸਿਮਰਨ ਲੱਗੇ, ਭਰਮ ਮੋਹ ਵਿਕਾਰ ਦੂਜਾ ਸਗਲ ਤਿਨੈ ਤਿਆਗਿਆ। ਉਹਨਾਂ ਨੇ ਅੰਦਰੋਂ ਭਰਮ ਮੋਹ ਵਿਕਾਰ, ਭੈੜੀਆਂ ਬਿਰਤੀਆਂ, ਇਹ ਸਾਰਾ ਕੁਝ ਅੰਦਰੋਂ ਤਿਆਗ ਦਿੱਤਾ। ਭਾਵ ਜੋ ਫਜ਼ੂਲ ਜਿਹੇ ਅੰਦਰ ਪਿਆ ਸੀ ਨਾ, ਫਾਲਤੂ ਦਾ ਬੋਝ ਚੁੱਕੀ ਫਿਰਦੇ ਸਾਂ, ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਉਹ ਅਸੀਂ ਚੁੱਕੀ ਫਿਰਦੇ ਹਾਂ। ਉਹ ਸਾਰਾ ਕੁਝ ਹੀ ਉਹਨਾਂ ਨੇ ਅੰਦਰੋਂ ਹੁਣ ਤਿਆਗ ਦਿੱਤਾ, ਕੱਢ ਦਿੱਤਾ। ਹਾਂਜੀ। ਮਨ ਸ਼ਾਂਤ ਸਹਿਜ ਸੁਭਾਉ ਬੂਠਾ, ਮਨ ਸ਼ਾਂਤ ਸਹਿਜ ਸੁਭਾਉ ਬੂਠਾ, ਆਨੰਦ ਮੰਗਲ ਗੁਣ ਗਾਇਆ, ਨਾਨਕ ਬਖਾਣੈ ਗੁਰ ਬਚਨ ਜਾਣੈ, ਜਾਂ ਕੈ ਮਸਤਕ ਭਾਗ ਸੇ ਸੇਵਾ ਲਾਇਆ। ਮਨ ਸ਼ਾਂਤ ਸਹਿਜ ਸੁਭਾਉ ਬੂਠਾ, ਆਨੰਦ ਮੰਗਲ ਗੁਣ ਗਾਇਆ। ਜਿਨ੍ਹਾਂ ਨੇ ਆਨੰਦ ਨਾਲ, ਖੁਸ਼ੀ ਨਾਲ, ਹਿਰਦੇ 'ਚ ਅੰਦਰੋਂ ਸਹਿਜ ਅਵਸਥਾ ਨਾਲ ਉਸ ਪ੍ਰਭੂ ਨੂੰ ਗਾਇਆ, ਮਨ ਕਰਕੇ ਕਹਿੰਦੇ ਉਹਨਾਂ ਦੇ ਮਨ 'ਚ ਵਸ ਗਿਆ ਬੂਠਾ, ਕਹਿੰਦੇ ਵਸ ਗਿਆ। ਹੁਣ ਕੀ ਹੈ, ਕਹਿੰਦੇ ਮਨ ਸ਼ਾਂਤ ਸਹਿਜ ਸੁਭਾਉ, ਉਹਨਾਂ ਦਾ ਮਨ ਸ਼ਾਂਤ ਹੈ, ਸਹਿਜ ਸੁਭਾਅ ਵਾਲੇ ਨੇ। ਹੁਣ ਨਾਨਕ ਬਖਾਣੈ ਗੁਰ ਬਚਨ ਜਾਣੈ, ਜਾਂ ਕੈ ਮਸਤਕ ਭਾਗ ਸੇ ਸੇਵਾ ਲਾਇਆ। ਪੰਜਵੇਂ ਨਾਨਕ ਵਿਖਿਆਨ ਕਰਦੇ ਨੇ ਇਹ ਗੱਲ ਦਾ ਕਿ ਗੁਰੂ ਬਚਨ ਜਾਣੈ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ, ਗੁਰੂ ਦੀਆਂ ਬੋਲਾਂ ਨੂੰ ਜਾਣ ਲਿਆ, ਉਹਨਾਂ ਨੇ ਪ੍ਰਭੂ ਨੂੰ ਪਛਾਣ ਲਿਆ। ਕਹਿੰਦੇ ਗੁਰੂ ਦੇ ਬਚਨਾਂ ਦੁਆਰਾ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਜਾਣਿਆ, ਜਾਂ ਕੈ ਮਸਤਕ ਭਾਗ ਸੇ ਸੇਵਾ ਲਾਇਆ। ਜਿਨ੍ਹਾਂ ਦੇ ਮਸਤਕ ਭਾਗ ਨੇ, ਜਿਨ੍ਹਾਂ ਦੇ ਦਿਮਾਗ ਵਿੱਚ ਪੂਰੀ ਤਰ੍ਹਾਂ ਇਹ ਗੱਲ ਬੈਠ ਗਈ, ਸਤਿਗੁਰਾਂ ਦੇ ਬੋਲ ਜਿਨ੍ਹਾਂ ਨੇ ਹਿਰਦੇ ਵਿੱਚ ਬੈਠ ਗਏ, ਕਹਿੰਦੇ ਉਹ ਫਿਰ ਸੇਵਾ ਵਾਲੇ ਪਾਸੇ ਲਾ ਦਿੱਤਾ ਉਹਨਾਂ ਨੂੰ, ਉਸ ਪਰਮਾਤਮਾ ਨੇ ਸਿਮਰਨ ਵਾਲੇ ਪਾਸੇ ਲਾ ਲਿਆ। ਜਿਨ੍ਹਾਂ ਦੇ ਉੱਤੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਆਓ ਅਸੀਂ ਵੀ ਗੁਰੂ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰ, ਬਖਸ਼ਿਸ਼ ਕਰ, ਸਾਡੇ ਅੰਦਰੋਂ ਹੰਕਾਰ ਟੁੱਟ ਜਾਏ, ਸਾਡੇ ਅੰਦਰੋਂ ਭਰਮ ਨਿਕਲ ਜਾਣ, ਸਾਡੇ ਅੰਦਰੋਂ ਭੁਲੇਖੇ ਨਿਕਲ ਜਾਣ, ਅਗਿਆਨਤਾ ਦਾ ਹਨੇਰਾ ਚਲਾ ਜਾਏ, ਤਾਂ ਕਿ ਅਸੀਂ ਤੈਨੂੰ ਜਾਣ ਸਕੀਏ, ਤੈਨੂੰ ਅਸੀਂ ਸਮਝ ਸਕੀਏ, ਇਹ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਏ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे राम
हम बारक हर प्रभ के हैं ए आणे। हम बारक हर प्रभ के हैं ए आणे।